सारे विद्यार्थियों को मेरे वालों जानी कि राजिंदर सिंह वालों सत श्री अकाल। इस वीडियो लैसन दे विच तुसीं 8वीं जमात दे मैथ दे दूजा अध्याय जिहड़ा साडे कोल एक चल वाले रेखी समीकरण है लीनियर इक्वेशन इन वन वेरीएबल ਉਹਦਾ ਇਹ ਸਾਡੇ ਕੋਲ ਤੀਜਾ ਲੈਕਚਰ ਹੈ। ਤੀਜਾ ਵੀਡੀਓ ਲੈਕਚਰ ਜਿਹੜਾ ਤੁਸੀਂ ਦੇਖਣ ਜਾ ਰਹੇ ਹੋ। ਪਹਿਲੇ ਵੀਡੀਓ ਲੈਕਚਰ ਦੇ ਵਿੱਚ ਆਪਾਂ ਇੱਕ ਚੱਲ ਵਾਲੇ ਰੇਖੀ ਸਮੀਕਰਨਾਂ ਦੇ ਨਾਲ ਜਾਣ ਪਛਾਣ ਤੇ ਉਹਦੀ ਜਿਹੜੀ ਅਭਿਆਸ 2.1 ਸੀ ਉਹ ਆਪਾਂ ਡਿਸਕਸ ਕੀਤੀ ਸੀ। ਉਹਦੇ ਸਵਾਲ ਆਪਾਂ ਸਾਰੇ ਹੱਲ ਕੀਤੇ ਸੀਗੇ, ਠੀਕ ਹੈ ਜੀ। ਤੇ ਦੂਸਰੀ ਵੀਡੀਓ ਦੇ ਵਿੱਚ ਆਪਾਂ ਇੱਕ ਚੱਲ ਵਾਲੇ ਰੇਖੀ ਸਮੀਕਰਨਾਂ ਨੂੰ ਕਿਵੇਂ ਰੋਜ਼ਾਨਾ ਜੀਵਨ ਦੇ ਵਿੱਚ ਇਹਨਾਂ ਦੀ ਆਪਾਂ ਵਰਤੋਂ ਕਰਦੇ ਹਾਂ 2.2 ਅਭਿਆਸ ਦੇ ਵਿੱਚ ਉਹਦੀ ਅਸੀਂ ਸ਼ੁਰੂਆਤ ਕੀਤੀ ਸੀ। ਉਹਦੇ 5 ਜਿਹੜੇ ਕੁਐਸਚਨ ਹੈ 5 ਸਵਾਲ ਸੀਗੇ ਪਹਿਲੇ 2.2 ਅਭਿਆਸ ਦੇ, ਉਹ ਅਸੀਂ ਇਸ ਤੋਂ ਪਹਿਲਾਂ ਵਾਲੀ ਜਿਹੜੀ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਤੁਹਾਡੇ ਨਾਲ, ਠੀਕ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਉਹ ਵੀਡੀਓ ਜੇ ਨਹੀਂ ਦੇਖੀ ਉਹ ਇਸ ਆਈ ਬਟਨ 'ਤੇ ਕਲਿੱਕ ਕਰਕੇ ਉਹ ਵੀਡੀਓ ਪਹਿਲਾਂ ਦੇਖ ਸਕਦੇ ਨੇ, ਠੀਕ ਹੈ। ਉਸ ਤੋਂ ਬਾਅਦ ਅੱਗੇ ਸਾਡੇ ਕੋਲ ਟੋਟਲ ਇਸ ਐਕਸਰਸਾਈਜ਼ ਦੇ ਵਿੱਚ 2.2 ਦੇ ਵਿੱਚ 16 ਕੁਐਸਚਨ ਨੇ, ਠੀਕ ਹੈ। 5 ਜਿਹੜੇ ਨੇ ਉਹ ਸ਼ੁਰੂਆਤੀ ਅਸੀਂ ਪਹਿਲਾਂ ਕੱਲ੍ਹ ਡਿਸਕਸ ਕਰ ਲਏ ਸੀ। ਅੱਜ ਇਸ ਤੋਂ ਅਗਲੇ ਜਿਹੜੇ ਕੁਐਸਚਨ ਸਾਡੇ ਕੋਲ ਬਚਦੇ ਨੇ 11 ਕੁਐਸਚਨ, ਉਹਦੇ ਵਿੱਚੋਂ 4 ਜਾਂ 5 ਕੁਐਸਚਨ ਉਹ ਆਪਾਂ ਇਸ ਵੀਡੀਓ ਦੇ ਵਿੱਚ ਸਮਝਾਂਗੇ, ਸਿੱਖਾਂਗੇ, ਠੀਕ ਹੈ ਜੀ। ਉਹਦੇ ਵਿੱਚੋਂ ਕੁਝ ਕੁਐਸਚਨ ਜਿਹੜੇ ਆ ਕੁਝ ਸਵਾਲ ਹੈ ਉਹ ਮੈਂ ਤੁਹਾਡੇ ਲਈ ਛੱਡਾਂਗਾ ਤੁਹਾਡੀ ਪ੍ਰੈਕਟਿਸ ਵਾਸਤੇ, ਅਭਿਆਸ ਵਾਸਤੇ, ਕਿ ਤੁਸੀਂ ਆਪਣੇ ਆਪ ਵੀ ਟਰਾਈ ਕਰ ਸਕੋ, ਠੀਕ ਹੈ। ਜਿਹੜੇ ਵਿਦਿਆਰਥੀ ਚੰਗੀ ਤਰ੍ਹਾਂ ਦੇਖਣਗੇ, ਸਮਝਣਗੇ, ਨਾਲ ਚੀਜ਼ਾਂ ਨੂੰ ਨੋਟ ਕਰਨਗੇ, ਉਹਨਾਂ ਦੇ ਜ਼ਰੂਰ ਜਿਹੜੀ ਇਹ ਵੀਡੀਓ ਫਾਇਦੇਮੰਦ ਹੋਏਗੀ ਅਤੇ ਉਹ ਬਾਕੀ ਦੇ ਸਵਾਲਾਂ ਨੂੰ ਵੀ ਹੱਲ ਕਰ ਪਾਉਣਗੇ ਆਪਣੇ ਆਪ, ਠੀਕ ਹੈ ਜੀ। ਤੋ ਅੱਜ ਅਸੀਂ ਇਸ ਵੀਡੀਓ ਵਿੱਚ ਸ਼ੁਰੂ ਕਰਦੇ ਹਾਂ। ਅਗਲਾ ਸਵਾਲ 7ਵਾਂ ਸਵਾਲ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ 8 ਦੇ 3 ਲਗਾਤਾਰ ਗੁਣਜਾਂ ਦਾ ਜੋੜਫਲ 888 ਹੈ। ਗੁਣਜਾਂ ਨੂੰ ਪਤਾ ਕਰੋ। ਗੁਣਜਾਂ ਦੀ ਜਿਹੜੀ ਕੀਮਤ ਹੈ ਉਹ ਅਸੀਂ ਪਤਾ ਕਰਨੀ ਹੈ, ਠੀਕ ਹੈ ਜੀ। 8 ਦੇ 3 ਲਗਾਤਾਰ ਗੁਣਜ ਜਿਹੜੇ ਸਾਨੂੰ ਦਿੱਤੇ ਹੋਏ ਨੇ। ਗੁਣਜ ਤੋਂ ਭਾਵ ਹੁੰਦਾ ਹੈ ਸਾਡੇ ਕੋਲ ਮਲਟੀਪਲਸ, ਠੀਕ ਹੈ। ਉਹ ਸੰਖਿਆਵਾਂ ਜਿਹੜੀਆਂ 8 ਦੇ ਪਹਾੜੇ ਵਿੱਚ ਆਉਂਦੀਆਂ ਨੇ, ਠੀਕ ਹੈ। ਜਿੱਦਾਂ ਅਸੀਂ ਸਭ ਤੋਂ ਪਹਿਲਾਂ ਤਾਂ ਇਹੀ ਸਮਝਦੇ ਹਾਂ ਗੁਣਜ ਦਾ ਕਨਸੈਪਟ ਜਿਹੜਾ ਹੈ ਉਹ ਕੀ ਹੈ। ਜਿੱਦਾਂ 8 ਦਾ ਜਦੋਂ ਅਸੀਂ ਪਹਾੜਾ ਪੜ੍ਹਦੇ ਹਾਂ ਸਾਡੇ ਕੋਲ ਜਾਂ ਟੇਬਲ ਜਿਹੜਾ ਉਹ ਅਸੀਂ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ 8 ਨੂੰ ਜਦੋਂ 1 ਨਾਲ ਗੁਣਾ ਕਰਦੇ ਹਾਂ ਸਾਡੇ ਕੋਲ 8 ਆਉਂਦਾ ਹੈ ਨਾ, ਫਿਰ ਸਾਡੇ ਕੋਲ 16 ਆਉਂਦਾ ਹੈ, ਫਿਰ ਸਾਡੇ ਕੋਲ 24 ਆਉਂਦਾ ਹੈ, ਫਿਰ 32 ਆਉਂਦਾ ਹੈ। ਇਸ ਤਰ੍ਹਾਂ 8 5 40 ਆਉਂਦਾ ਹੈ। 8 1 8, 8 2 16, 8 3 24, 8 4 32, 8 5 40, ਇਸ ਤਰ੍ਹਾਂ ਅਸੀਂ ਆਪਾਂ ਚੱਲਦੇ ਜਾਂਦੇ ਹਾਂ। ਤੋ ਇਹ ਜਿਹੜੀਆਂ ਸਾਰੀਆਂ ਸੰਖਿਆਵਾਂ ਨੇ ਇਹਨਾਂ ਨੂੰ ਅਸੀਂ 8 ਦੇ ਗੁਣਜ ਬੋਲਦੇ ਹਾਂ ਜਾਂ ਮਲਟੀਪਲਸ ਆਫ 8 ਬੋਲਦੇ ਹਾਂ, ਠੀਕ ਹੈ। ਤੋ ਇਹਦੇ ਵਿੱਚ ਲਗਾਤਾਰ ਸਵਾਲ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਲਗਾਤਾਰ 3 ਗੁਣਜਾਂ ਦਾ ਜੋੜਫਲ। ਤੋ 8 ਦੇ ਲਗਾਤਾਰ 3 ਗੁਣਜ ਦਾ ਭਾਵ ਹੈ ਜਿੱਦਾਂ ਇਹ 8 16 ਤੇ 24 ਨੇ, ਇਹ ਸਾਡੇ ਕੋਲ 8 ਦੇ ਲਗਾਤਾਰ 3 ਗੁਣਜ ਨੇ। ਜਾਂ ਅਸੀਂ ਕਹ ਲਈਏ 16 24 ਤੇ 32 ਨੇ, ਇਹ ਵੀ 8 ਦੇ ਲਗਾਤਾਰ 3 ਗੁਣਜ ਨੇ। ਲਗਾਤਾਰ ਦਾ ਭਾਵ ਹੈ ਕਿ ਇਹਨਾਂ ਤਿੰਨਾਂ ਦੇ ਵਿਚਕਾਰ ਹੋਰ ਕੋਈ 8 ਦਾ ਗੁਣਜ ਨਹੀਂ ਆਏਗਾ ਸਾਡੇ ਕੋਲ, ਠੀਕ ਹੈ। ਜਾਂ 24 32 ਤੇ 40 ਵੀ ਲਏ ਜਾ ਸਕਦੇ ਆ। ਇਸ ਤਰ੍ਹਾਂ ਲਗਾਤਾਰ 3 ਗੁਣਜ ਜਿਹੜੇ 8 ਦੇ ਉਹ ਸਾਡੇ ਕੋਲ ਇਸ ਸਵਾਲ ਦੇ ਵਿੱਚ ਜਿਹੜੇ ਦਿੱਤੇ ਹੋਏ ਨੇ, ਪਰ ਉਹਨਾਂ ਦੀ ਕੀਮਤ ਨਹੀਂ ਸਾਨੂੰ ਪਤਾ। ਇਹਨਾਂ ਜ਼ਰੂਰ ਪਤਾ ਕਿ ਉਹਨਾਂ ਦਾ ਜਿਹੜਾ ਜੋੜਫਲ ਹੈ ਉਹ ਸਾਡੇ ਕੋਲ 888 ਹੈ, ਠੀਕ ਹੈ। ਤੇ ਇਹਦੇ 'ਚ ਆਪਾਂ ਕਰਨਾ ਕੀ, ਆਪਾਂ ਜਿਹੜੇ ਤਿੰਨੋਂ ਗੁਣਜ ਨੇ ਉਹ ਆਪਾਂ ਮੰਨ ਲਾਂਗੇ ਪਹਿਲਾਂ। ਜਿੱਦਾਂ ਇਹਦੇ 'ਚ ਪਹਿਲਾ ਆਪਾਂ ਗੁਣਜ ਜਿਹੜਾ ਉਹ ਮੰਨ ਲਵਾਂਗੇ ਕਿ x ਹੈ, ਕਿ ਮੰਨ ਲਓ 8 ਦਾ ਪਹਿਲਾ ਗੁਣਜ ਜਿਹੜਾ ਉਹ ਸਾਡੇ ਕੋਲ ਪਹਿਲਾ ਲੋੜੀਂਦਾ ਗੁਣਜ ਬਰਾਬਰ x, ਠੀਕ ਹੈ ਜੀ। ਮੰਨ ਲਓ x 8 ਦਾ ਪਹਿਲਾ ਲੋੜੀਂਦਾ ਗੁਣਜ ਸਾਡੇ ਕੋਲ x ਹੈ। ਹੁਣ ਲਗਾਤਾਰ ਦੇ ਵਿੱਚ ਆਪਾਂ ਦੂਜੇ ਦੋਨੋਂ ਗੁਣਜ ਕਿਵੇਂ ਲੈਣੇ ਨੇ। ਜਿੱਦਾਂ ਹੁਣ ਮੈਂ ਗੱਲ ਕੀਤੀ ਸੀ ਕਿ 8 16 ਤੇ 24 ਇਹ ਲਗਾਤਾਰ ਗੁਣਜ ਨੇ। ਹੁਣ ਅਗਰ 8 ਹੈ, 8 ਤੋਂ 16 ਮੈਨੂੰ ਕਿਵੇਂ ਮਿਲਿਆ, ਇਹਦੇ 'ਚ 8 ਹੋਰ ਮੈਂ ਜੋੜ ਲਏ, ਠੀਕ ਹੈ। ਔਰ ਫਿਰ ਮੈਨੂੰ 24 ਕਿਵੇਂ ਮਿਲਿਆ, 16 ਦੇ ਵਿੱਚ ਫਿਰ 8 ਜੋੜ ਲਏ, ਇਹ ਮੇਰੇ ਕੋਲ 24 ਹੈ, ਠੀਕ ਹੈ। ਤੋ 8 ਦਾ ਅਗਰ ਪਹਿਲਾ ਗੁਣਜ ਆਪਾਂ x ਲਿਆ ਤੇ ਅਗਲਾ ਜਿਹੜਾ ਗੁਣਜ ਉਹ ਸਾਡੇ ਕੋਲ x ਜਮਾ 8 ਹੋਏਗਾ। ਔਰ ਜਿਹੜਾ ਤੀਜਾ ਗੁਣਜ ਹੈ ਉਹਦੇ 'ਚ ਫਿਰ 8 ਜਿਹੜੇ ਦੁਬਾਰਾ ਜੋੜ ਦਿੱਤੇ ਜਾਣਗੇ ਉਹ ਸਾਡੇ ਕੋਲ 8x ਜਮਾ 16 ਬਣ ਜਾਏਗਾ, ਠੀਕ ਹੈ। ਤੋ ਪਹਿਲਾ ਲੋੜੀਂਦਾ ਗੁਣਜ ਸਾਡੇ ਕੋਲ x ਹੈ, ਦੂਜਾ ਜਿਹੜਾ ਗੁਣਜ ਹੈ ਉਹ ਸਾਡੇ ਕੋਲ x ਜਮਾ 8 ਹੋ ਜਾਏਗਾ। ਔਰ ਤੀਜਾ ਗੁਣਜ ਸਾਡੇ ਕੋਲ x ਜਮਾ ਇਹਦੇ 'ਚ ਫਿਰ 8 ਜੋੜਾਂਗੇ ਤਾਂ ਸਾਡੇ ਕੋਲ 8 8 16 ਬਣ ਜਾਏਗਾ, ਠੀਕ ਹੈ। ਤੋ ਇਹ ਤਿੰਨ ਗੁਣਜ ਸਾਡੇ ਕੋਲ 8 ਦੇ ਜਿਹੜੇ ਉਹ ਬਣ ਜਾਂਦੇ ਨੇ। ਫਿਰ ਕੁਐਸਚਨ 'ਚ ਇਹ ਸਾਨੂੰ ਕੰਡੀਸ਼ਨ ਗਿਵਨ ਹੈ ਕਿ ਇਹਨਾਂ ਦਾ ਜਿਹੜਾ ਜੋੜਫਲ ਹੈ ਉਹ ਸਾਡੇ ਕੋਲ 888 ਹੈ। ਤੋ ਪ੍ਰਸ਼ਨ ਅਨੁਸਾਰ ਹਾਂਜੀ x ਜਮਾ 8 ਜਮਾ x ਜਮਾ 16, ਠੀਕ ਹੈ। ਭਾਵ ਹੈ ਪਹਿਲਾ ਗੁਣਜ, ਦੂਜਾ ਗੁਣਜ ਜਮਾ ਤੀਜਾ ਗੁਣਜ, ਔਰ ਇਹ ਸਾਡੇ ਕੋਲ ਟੋਟਲ ਹੈ 888 ਦੇ ਇਕੁਅਲ, ਠੀਕ ਹੈ। ਤੋ ਇੱਧਰ x ਤੇ x ਇਹ ਤਿੰਨੋਂ ਸਾਡੇ ਕੋਲ ਪਲੱਸ ਦੇ ਨੇ, ਐਡ ਹੋ ਜਾਣਗੇ, ਇਹ ਆਪਣੇ ਕੋਲ 3x ਬਣ ਜਾਏਗਾ। 16 ਤੇ 8 ਇਹ 24 ਬਣ ਜਾਏਗਾ, ਠੀਕ ਹੈ। ਔਰ ਦੂਜੇ ਪਾਸੇ ਸਾਡੇ ਕੋਲ 888 ਆ ਜਾਏਗਾ। ਤੋ 3x ਹੁਣ ਇਹ 24 ਜਿਹੜਾ ਹੈ ਪਲੱਸ ਇੱਧਰ 24 ਹੋ ਰਿਹਾ ਹੈ, ਇਹਨੂੰ ਅਸੀਂ ਦੂਸਰੀ ਸਾਈਡ ਸ਼ਿਫਟ ਕਰਾਂਗੇ ਤਾਂ ਉੱਧਰ -24 ਹੋ ਜਾਏਗਾ। +24 ਇੱਧਰ ਦੂਸਰੀ ਸਾਈਡ ਲੈ ਕੇ ਜਾਵਾਂਗੇ ਤੇ -24 ਹੋ ਜਾਏਗਾ, ਠੀਕ ਹੈ। ਤੋ 888 ਦੇ ਵਿੱਚੋਂ ਜਦੋਂ ਅਸੀਂ 24 ਮਾਈਨਸ ਕਰਾਂਗੇ ਇਹ ਸਾਡੇ ਕੋਲ ਬਣ ਜਾਏਗਾ 864,
ठीक है। 804 माइनस किते 4, 802 माइनस किते 2, ठीक। 3x तो हुण दोनों साइड 3 नाल असीं भाग कर दईए या कहिए कि 3 इधर गुणा होया होया इहनूं दूसरी साइड आपां लै जाइए, ठीक है। तो दोनों साइड 3 नाल अगर मैं भाग कर दियां तो ये 3 कट्टिया जाएगा और ये 864 नूं 3 नाल जदों भाग करोगे तो ये आएगा साडे कोल पहलां 3 दूनी 6 आएगा, आपां कर ही लैंदे नाल भाग। पहला 3 दूनी 6 आएगा, इतने माइनस करांगे तो 2 साडे कोल हासिल आएगा, पर 6 उतारांगे तो 8 तिया 24, फिर 2 आएगा उपरों, फिर 4 उतारांगे इसी और 8 तिया फिर साडे कोल 24 आ जाएगा, ठीक है जी। तो x की कीमत जी साडे कोल 288 आ गई, ठीक। भाव के साडे कोल जिहड़ा पहला गुणज सी 8 का लोड़ींदा पहला गुणज वो साडे कोल 24 बन गया। तो उस तो बाद दूजा गुणज साडे कोल x जमा 8 होएगा, भाव ये असीं 8 जोड़ देंगे, फिर ये 16 जोड़ांगे तो साडे कोल तीजा गुणज भी आ जाएगा, ठीक है। तो x जमा 8 मेरे कोल की हो गया, इट इंप्लाइज x जमा 8 बराबर 288 जमा 8, तो ये साडे कोल बन जाते हैं 296, ठीक है। इसी तरह x जमा 16 वो साडे कोल बन जाएंगे 288 जमा 16, भाव के सॉरी हाँ 288 जमा 16, ठीक है। ये साडे कोल 304 बन जाएंगे, ठीक है। तो x साडे कोल 288 हो गया, भाव के पहला गुणज हाँ जी ये साडे कोल 288, दूजा गुणज ये अपने कोल 296 ते 8 का लोड़ींदा तीजा गुणज ये साडे कोल 304, ठीक है। ये साडे कोल लोड़ींदा आंसर है या उत्तर है। आप इत्थे लिख सकते हैं 8 का लोड़ींदा पहला गुणज, इसी तरह 8 का लोड़ींदा दूजा गुणज, इसी तरह 8 का लोड़ींदा तीजा गुणज, ठीक है। ये साडे कोल 7वें सवाल का आंसर है। इस तो बाद अगला 8वां सवाल तुसीं देख सकते हो बच्चों कि 3 लगातार संपूर्ण संख्यावां, जिवें पिछले क्वेश्चन सवाल दे भी सानूं लगातार 3 गुणज दिते हुए सीगे, इहदे च 3 लगातार संपूर्ण संख्यावां दी गल कीती गई है ਨੂੰ ਵੱਧਦੇ क्रम ਵਿੱਚ ਲੈ ਕੇ ਉਹਨਾਂ ਨੂੰ क्रमवार 2 3 ਅਤੇ 4 ਨਾਲ ਗੁਣਾ ਕਰਨ ਤੇ ਜੋੜ ਫਲ 74 ਪ੍ਰਾਪਤ ਹੁੰਦਾ ਹੈ। ਤਿੰਨੋਂ ਸੰਪੂਰਨ ਸੰਖਿਆਵਾਂ ਪਤਾ ਕਰੋ। ਲਓ ਜੀ, तो ਜਦੋਂ ਅਸੀਂ ਸੰਪੂਰਨ ਸੰਖਿਆਵਾਂ ਲਵਾਂਗੇ, ठीक है, संपूर्ण संख्यावां ਦਾ ਭਾਵ ਕੀ ਹੈ ਸਾਡੇ ਕੋਲ इंटीजर्स। संपूर्ण संख्यावां मतलब कि इंटीजर्स, ठीक है। तो ਜਿਹੜੇ इंटीजर्स होंगे लगातार ਉਹਦੇ ਵਿੱਚ ਇੱਕ ਦਾ ਫਰਕ ਹੁੰਦਾ, ਜਿੱਦਾਂ अगर 3 है तो 3 ਤੋਂ ਬਾਅਦ ਸਾਡੇ ਕੋਲ 4 ਆਏਗਾ, ਭਾਵ ਇਹਦੇ 'ਚ 1 ਜੁੜ ਜਾਏਗਾ ਨਾ। 4 ਤੋਂ ਬਾਅਦ अगर ਅਸੀਂ देखना हो ਇਹਦੇ 'ਚ 1 ऐड करेंगे तो ਸਾਡੇ ਕੋਲ 5 आ जाएगा। सो अगर पहली संपूर्ण संख्या में मैं x मान लेना है तो दूसरी संपूर्ण संख्या की हो जाएगी x जमा 1, इस तो अगे वाली संपूर्ण संख्या की हो जाएगी x जमा 2, ਉਹਦੇ 'ਚ 1 ऐड हो जाएगा, ठीक है। तो इसी तरह पहला तो ਅਸੀਂ ਇਹ ਲੋੜੀਂਦੀਆਂ ਸੰਪੂਰਨ ਸੰਖਿਆਵਾਂ ਮੰਨ ਲਵਾਂਗੇ ਸਾਡੇ ਕੋਲ x जमा 1 ਤੇ x जमा 2 ਨੇ, ठीक है। तो ਮੰਨ ਲਓ 3 लगातार संपूर्ण संख्यावां ਹਨ x जमा 1 ਤੇ x जमा 2, ਤੇ ਇਹਦੇ ਨਾਲ ਹੀ ਸਾਨੂੰ ਕੀ ਦਿੱਤਾ ਹੋਇਆ ਹੈ ਪ੍ਰਸ਼ਨ ਅਨੁਸਾਰ ਹਾਂਜੀ ਉਹ ਕਹਿੰਦੇ ਨੇ ਕਿ ਪਹਿਲੀ ਸੰਖਿਆ ਨੂੰ ਕ੍ਰਮਵਾਰ ਇਹਨਾਂ ਨੂੰ 2 ਨਾਲ 3 ਨਾਲ ਅਤੇ 4 ਨਾਲ ਗੁਣਾ ਕਰਨ ਤੇ ਉਸ ਤੋਂ ਬਾਅਦ ਜੋੜਨ ਤੇ, ਭਾਵ ਕਿ ਪਹਿਲੀ ਸੰਖਿਆ ਜਿਹੜੀ x ਹੈ ਇਹਨੂੰ ਅਸੀਂ 2 ਨਾਲ ਗੁਣਾ ਕਰ ਲਾਂਗੇ, ਇਹ ਮੇਰੇ ਕੋਲ 2x ਹੋ ਜਾਏਗਾ। दूसरी संख्या है जी x जमा 2, इनू आप 3 नाल गुणा करना है, और जी तीसरी संख्या है इनू असीं 4 नाल गुणा करांगे, ठीक है। और फिर इन्हां तिन्नां नूं जोड़न ते, ठीक है जी। पहली संख्या नूं 2 नाल गुणा करन ते, दूजी नूं क्रमवार 3 नाल ते इसी तरह अगली नूं 4 नाल गुणा करन ते जिहड़ा जोड़फल है साडे कोल इन्हां सारिਆਂ नूं जोड़न तो बाद ਉਹ साडे कोल बनदा है 74, ठीक है। ਇਹਦੇ 'ਚ मेन स्टैप जिहड़ा साडे कोल ਉਹ ਇਹੀ वाला समझण वाला है। अगर असीं इत्थे तक पहुँच गए, जी वर्बल सानू जो कंडीशन दी हुई है शब्दों के उन्होंने असीं मैथेमैटिकल फॉर्म के कन्वर्ट करन च आपां सफल हो गए, तो फिर जिहड़ा अगे सवाल करना वो बहुत सौखा हो जाता है, ठीक है। तो हुण आपां इहनूं सिंपलीफाई करांगे, ये साडे कोल 2x आएगा और ये 3 जिहड़ा है पहला x नाल गुणा होएगा, ठीक है, और फिर 3 1 नाल गुणा होना, 3 नूं x नाल गुणा करांगे साडे कोल 3x आएगा, जमा 3 नूं 1 नाल गुणा करांगे साडे कोल 3 आ जाएगा, जमा 4 नूं x नाल गुणा कीता है साडे कोल 4x आ जाएगा,
और 4 ਨੂੰ 2 ਨਾਲ ਗੁਣਾ ਕੀਤਾ ਸਾਡੇ ਕੋਲ 4 दूनी 8 ਆ ਜਾਏਗਾ और बराबर ਸਾਡੇ ਕੋਲ 74 ਆਏਗਾ। ठीक है, तो ਹੁਣ ਇਹਦੇ ਵਿੱਚੋਂ ਜਿਹੜੀਆਂ ਸਾਡੇ ਕੋਲ ਸਮਾਨ ਪਦ ਨੇ, ਜਿੱਦਾਂ ਇਹ 2x ਹੈ, 3x ਹੈ ਤੇ 4x ਹੈ, ਇਹਨਾਂ ਨੂੰ ਅਸੀਂ जोड़ सकते हैं, इन्हों असी ऐड कर सकते हैं। तो 3 ते 2 साढ़े कोल 5, 5 ते 4 9, ये साढ़े कोल बन जाएगा 9x। ठीक है, और ये 8 जमा 3 साढ़े कोल की आ जाएगा 11, 8 + 3 11 आ जाएगा। दूसरी साइड साढ़े कोल 74 है। ठीक है, तो हुण ये की करना है आपको, इधर साढ़े कोल +11 है, इनू दूसरी साइड असी शिफ्ट करांगे बराबर दे, तो साढ़े कोल की हो जाएगा -11। तो 74 तो ये साढ़े कोल 74 -11 हो जाएगा। ठीक है, तो 9x बराबर 74 ਦੇ ਵਿੱਚੋਂ ਆਪਾਂ अगर 11 माइनस करांगे बन जाएगा साढ़े कोल 63। तो हुण अगले स्टैप 'ਚ ਆਪਾਂ ਕੀ करना है, दोनों साइड या 9 ਦੇ ਨਾਲ डिवाइड कर दो, या ਆਪਾਂ ਕਹਿ ਸਕਦੇ ਹਾਂ अगर 9 इधर साढ़े कोल x ਨਾਲ गुणा होया है तो दूसरी साइड ਜਦੋਂ 9 ਨੂੰ ਅਸੀਂ ਲੈ ਕੇ ਜਾਵਾਂਗੇ, 9 ਨੂੰ ਦੂਜੇ ਪਾਸੇ ਲੈ ਕੇ ਜਾਵਾਂਗੇ ਤਾਂ ਉਹ 63 ਨੂੰ ਭਾਗ ਕਰੇਗਾ। ठीक है, तो ਦੋਨਾਂ ਚੋਂ ਜਿਵੇਂ ਮਰਜ਼ੀ ਤੁਸੀਂ ਕਰ ਸਕਦੇ ਹੋ। तो x बराबर साढ़े कोल आ जाएगा 63/9। 63 ਨੂੰ ਜਦੋਂ ਅਸੀਂ 9 ਨਾਲ ਭਾਗ ਕਰਦੇ ਹਾਂ ਸਾਡੇ ਕੋਲ ਆਏਗਾ 7, ਕਿਉਂਕਿ ਸੱਤੂ ਨਾਮ ਹੁੰਦੇ ਆ 63। ठीक है जी, तो x ਦੀ ਆਪਣੇ ਕੋਲ ਜਿਹੜੀ ਕੀਮਤ ਹੈ ਉਹ ਬਣ ਜਾਂਦੀ ਹੈ 7। तो अगर x की कीमत 7 है तो x जमा 1 साढ़े कोल कितना होएगा, 7 जमा 1 भाव 8, और x जमा 2 कितना होएगा, 7 जमा 2 भाव 9। ठीक है, तो इस तरह ਜਿਹੜੀਆਂ ਲੋੜੀਂਦੀਆਂ ਸੰਪੂਰਨ ਲਗਾਤਾਰ ਸੰਖਿਆਵਾਂ ਸੀਗੀਆਂ ਸਾਡੇ ਕੋਲ ਉਹ ਕੀ ਬਣ ਗਈਆਂ 7, 8 ਤੇ 9। ठीक है, इस ਲਈ ਜਾਂ इस तरह ਲੋੜੀਂਦੀਆਂ ਸੰਪੂਰਨ ਸੰਖਿਆਵਾਂ सत्त, 8 ਅਤੇ 9। ठीक है जी, अगला 9वां सवाल साढ़े कोल है कि राहुल ਅਤੇ ਹਾरून ਦੀ ਵਰਤਮਾਨ ਉਮਰ ਵਿੱਚ अनुपात 5:7 है। तो ਇਹਦਾ ਮੈਂ ਤੁਹਾਨੂੰ ਸਿਰਫ ਜਿਹੜਾ ਹਿੰਟ ਦੇਣਾ ਹੈ ਇਸ ਕੁਐਸਚਨ ਦੇ ਵਿੱਚ, ਇਹਨੂੰ ਤੁਸੀਂ ਆਪਣੇ ਆਪ ਸਿੰਪਲੀਫਾਈ ਕਰੋਗੇ। ਅਗਰ ਸਾਡੇ ਕੋਲ ਰਾਹੁਲ ਦੀ ਉਮਰ ਤੇ ਹਾरून ਦੀ ਉਮਰ ਦਾ ਜਿਹੜਾ ਅਨੁਪਾਤ ਹੈ ਉਹ 5:7 ਹੈ, तो एक ਦੀ ਉਮਰ ਅਸੀਂ ਰਾਹੁਲ ਦੀ 5x ਮੰਨ ਲਾਂਗੇ और ਹਾरून ਦੀ 7x। ਇਹਦੇ ਨਾਲ ਦਾ ਇੱਕ ਸਵਾਲ ਆਪਾਂ ਪਿੱਛੇ ਵਾਲੀ ਵੀਡੀਓ ਦੇ ਵਿੱਚ, ਕੱਲ ਵਾਲੀ ਵੀਡੀਓ ਦੇ ਵਿੱਚ ਵੀ कर चुके हैं। ठीक है, और 4 साल बाद दोनों की जी उम्र है वो साढ़े कोल कितनी हो जाएगी, एक दी 5x जमा 4 हो जाएगी और दूसरे की साढ़े कोल 7x जमा 4 हो जाएगी। राहुल दी 5x जमा 4 तो हारून दी 7x जमा 4। ठीक है, तो उस तो बाद इन्हों का जो जोड़फल है वो साढ़े कोल 56 दिता होया, दोनों को जोड़ के बराबर 56 रख के उत्थों असीं x की कीमत पता कर सकते हो। x की कीमत वापस फिर असीं इत्थे फिल करांगे, साढ़े कोल राहुल की जी है उम्र आ जाएगी और ये असीं सबस्टिट्यूट करांगे तो साढ़े कोल हारून की उम्र आ जाएगी। ये क्वेश्चन तुसीं अपने आप ट्राई करना, बहुत ईजीली जिहड़ा कीता जा सकता है। ठीक है, इस तो बाद 10वां सवाल है साढ़े कोल कि किसी जमात विच मुंडे ते कुड़ियां दी संख्या विच अनुपात 7:5 है। जेकर मुंडियां दी संख्या कुड़ियां दी संख्या नालों 8 ज़्यादा है तो जमात विच कुल किन्ने विद्यार्थी हैं। ये भी साढ़े कोल अनुपात वाला उसी ढंग दे नाल क्वेश्चन होएगा। एक जिहड़ी मुंडियां दी गिणती है वो असीं 7x लै लांगे, कुड़ियां दी गिणती जिहड़ी 5x लै लांगे। उस तो बाद उन्हां दा जिहड़ा डिफरेंस है वो साढ़े कोल 8 दिता होया, ਉਹਨੂੰ ਸਿੰਪਲੀਫਾਈ ਕਰਕੇ ਤੁਸੀਂ ਉਹ ਇਹ ਕੁਐਸਚਨ ਵੀ ਖੁਦ ਜਿਹੜਾ ਕੋਸ਼ਿਸ਼ ਕਰਨੀ ਹੈ ਕਰਨ ਦੀ। ਠੀਕ ਹੈ, ਇਸ ਤੋਂ ਬਾਅਦ ਜਿਹੜਾ ਕੁਐਸਚਨ ਹੁਣ ਆਪਾਂ ਕਰਨੇ ਇੱਥੇ ਕਰਨਾ ਹੈ ਉਹ ਅਸੀਂ ਕਰਾਂਗੇ 11ਵਾਂ ਕੁਐਸਚਨ। 11ਵਾਂ ਸਵਾਲ ਸਾਡੇ ਕੋਲ ਹੈ ਕਿ ਬਾਈਚੁੰਗ ਦੇ ਪਿਤਾ ਜੀ ਉਸ ਦੇ ਦਾਦਾ ਜੀ ਨਾਲੋਂ 26 ਸਾਲ ਛੋਟੇ ਹਨ ਅਤੇ ਉਸ ਤੋਂ 29 ਸਾਲ ਵੱਡੇ ਹਨ, ਜਦ ਕਿ ਉਹਨਾਂ ਤਿੰਨਾਂ ਦੀ ਉਮਰਾਂ ਦਾ ਜੋੜ 135 ਸਾਲ ਹੈ। ਤਾਂ ਉਹਨਾਂ ਦੀ ਉਮਰ ਅਲੱਗ-ਅਲੱਗ ਪਤਾ करो। ठीक है, क्वेश्चन ध्यान दे नाल देख लो, इनू आपां किवें करना वो मैं स्टैप वाइज हुण तुहानूं दसांगा। इनू आपां थोड़ा जिहा समझ लैने आ पहलां शुरू करन तो। साडे कोल इस क्वेश्चन दे विच जिहड़े 3 जणे दित्ते होए आ, एक बाईचुंग है, दूसरे उहदे पिता जी ने और तीसरे उहदे दादा जी ने। ठीक है, तो क्वेश्चन के अनुसार बाईचुंग के जिहड़े पिता जी है उसके दादा जी नालों 26 साल छोटे हैं। पिता जी की उम्र दादा जी की उम्र तो 26 साल घट है। इनू असी दूजे शब्दों च कह सकते हैं कि दादा जी की उम्र पिता जी की उम्र तो 26 साल ज़्यादा है। ठीक है, दूसरा नाल ये सानू दिता होया कि उहदे पिता जी उस तो 29 साल वड्डे हैं, कि जिहड़े बाईचुंग के पिता जी ने वो बाईचुंग तो 29 साल वड्डे ने, या असी ये कह सकते हैं कि जिहड़ा बाईचुंग है वो उन्हां तो 29 साल छोटा है।
गल समझ गए। पिता जी दादा जी, ਜਿਹੜੇ ਦਾਦਾ ਜੀ ਸੀ ਉਹ ਪਿਤਾ ਜੀ ਤੋਂ 26 ਸਾਲ ਵੱਡੇ ਨੇ। ਪਿਤਾ ਜੀ ਦਾਦਾ ਜੀ ਤੋਂ 26 ਸਾਲ ਛੋਟੇ ਨੇ, ਇਸ ਲਈ ਆਪਾਂ ਇਹਨੂੰ ਇਸ ਤਰ੍ਹਾਂ ਲਿਖ ਲਿਆ ਕਿ ਜਿਹੜੇ ਦਾਦਾ ਜੀ ਉਹ ਪਿਤਾ ਜੀ ਤੋਂ 26 ਸਾਲ ਜ਼ਿਆਦਾ ਹੋਣਗੇ। ਔਰ ਬਾਈਚੁੰਗ ਜਿਹੜਾ ਹੈ ਉਹਦੇ ਪਿਤਾ ਜੀ ਬਾਈਚੁੰਗ ਤੋਂ 29 ਸਾਲ ਵੱਡੇ ਨੇ, ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਬਾਈਚੁੰਗ ਹੈ ਉਹ ਪਿਤਾ ਜੀ ਤੋਂ, ਆਪਣੇ ਪਿਤਾ ਜੀ ਤੋਂ 29 ਸਾਲ ਛੋਟਾ ਹੋਏਗਾ। ਛੋਟਾ ਹੈ तो इतने मैं -29 लिख लिया। दादा जी ਵੱਡੇ ਨੇ ਤਾਂ ਉਹ प्लस ਦੇ 26 लिख लिया। तो अगर पिता जी की उम्र ਸਾਡੇ ਕੋਲ ਇਹਦੇ 'ਚ x है तो ਬਾਈਚੁੰਗ ਦੀ ਉਮਰ ਕੀ ਹੋ ਜਾਏਗੀ ਸਾਡੇ ਕੋਲ x -29 और ਉਹਦੇ ਦਾਦਾ ਜੀ ਦੀ ਉਮਰ ਕੀ ਹੋ ਜਾਏਗੀ x + 26। ਠੀਕ ਹੈ, ਇਹ ਤਿੰਨ ਫਿਗਰਸ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਇਹ ਕੁਐਸਚਨ ਜਿਹੜਾ ਹੈ ਉਹ ਹੱਲ ਕਰਾਂਗੇ। ਠੀਕ ਹੈ, ਦੁਬਾਰਾ ਫਿਰ ਮੈਂ ਰਿਪੀਟ ਕਰ ਦਿੰਦਾ। ਕੁਐਸਚਨ ਦੇ ਵਿੱਚ ਸਾਨੂੰ ਇਹ ਕਿਹਾ ਗਿਆ ਸੀ ਸਵਾਲ ਦੇ ਵਿੱਚ ਕਿ ਬਾਈਚੁੰਗ ਦੇ ਪਿਤਾ ਜੀ ਉਸਦੇ ਦਾਦਾ ਜੀ ਨਾਲੋਂ 26 ਸਾਲ ਛੋਟੇ ਹਨ ਅਤੇ ਬਾਈਚੁੰਗ ਤੋਂ 29 ਸਾਲ ਵੱਡੇ ਹਨ। ਆਪਾਂ ਇਹਦੀ ਭਾਸ਼ਾ ਨੂੰ ਜਿਹੜਾ ਉਹ ਬਦਲ ਲਿਆ ਕਿ ਬਾਈਚੁੰਗ ਦੇ ਪਿਤਾ ਜੀ ਦਾਦਾ ਜੀ ਤੋਂ ਛੋਟੇ 26 ਸਾਲ ਛੋਟੇ ਹਨ ਦਾ ਭਾਵ ਹੈ ਕਿ ਉਹਦੇ ਜਿਹੜੇ ਦਾਦਾ ਜੀ ਹੈ ਉਹ ਪਿਤਾ ਜੀ ਤੋਂ 26 ਸਾਲ ਵੱਡੇ ਹੋਣਗੇ। ਠੀਕ ਹੈ, ਔਰ ਉਹਦੇ ਪਿਤਾ ਜੀ ਬਾਈਚੁੰਗ ਤੋਂ 29 ਸਾਲ ਵੱਡੇ ਹਨ, ਇਸ ਲਈ ਬਾਈਚੁੰਗ ਜਿਹੜਾ ਹੈ ਉਹ ਪਿਤਾ ਜੀ ਤੋਂ 29 ਸਾਲ ਛੋਟਾ ਹੋਏਗਾ। तो अगर पिताजी की उम्र x है तो बाईचुंग की उम्र साढ़े को x -29 होगी और वो दादा जी की उम्र क्योंकि वो तो 26 साल वड्डे ने पिताजी तो वो साढ़े को x = 26 होगी। ठीक है, तीन कीमत साढ़े को आ गई। इस तो बाद अगे क्वेश्चन जो करना वो साढ़े को बहुत आसान है, वो आप हमने देखा। ठीक है, तो असीं स्टार्ट करते हैं कि मान लो बाईचुंग के पिता जी की उम्र x साल है, इसलिए बाईचुंग की उम्र जी x -29 हो जाएगी और दादा जी की जी उम्र है वो साढ़े को x = 26 हो जाएगी। इस तो बाद प्रश्न अनुसार हाँ जी, प्रश्न अनुसार इन्हां तिन्नां दी उम्र का जिहड़ा उम्रां दा जोड़ है वो साडे कोल 135 साल है। ठीक है, प्रश्न अनुसार पिताजी की उम्र प्लस बाईचुंग की उम्र प्लस जमा उन्हां दे दादा जी की उम्र, ये तिन्नां दा जिहड़ा जोड़ है वो साडे कोल 135 साल है। ठीक है, तो ये आप देखते हैं सब तो पहला ब्रैकेट्स आप हटा दें। ये साडे कोल x = x -29 जमा x = 26 बराबर 135 है। ठीक है, तो ये x जमा दा है, ये x भी जमा दा है, ये x भी जमा दा है, ये साडे कोल कुल जिहड़ा है वो 3x हो जाएगा। ठीक है, इस तो बाद -29 है और जमा दा 26 है। ठीक है, तो जदों साडे कोल साइन दोनों की डिफरेंट होण, अलग अलग होण तां हमेशा ही साडे कोल जिहड़ी वो घटाऊ हुंदी है, पर निशान साडे कोल वो वाला आएगा जिहड़ा वड्डी संख्या दे अगे लगाया गया है। तो -29 जमा दे 26, 29 चों 26 असीं माइनस करांगे साडे कोल 3 आएगा और साइन साडे कोल माइनस आएगा क्योंकि 29 वड्डी संख्या दे अगे घटाऊ का निशान लगा होया और बराबर साडे कोल आएगा 135। ठीक है, हुण ये जिहड़ा 3 इधर साडे कोल माइनस हो रहा है, घटाऊ हो रहा है, दूजे पासे जाके जमा हो जाएगा, इत्थे +3 आ जाएगा। तो 3x बराबर 138 साडे कोल बन जाता। ठीक है, हुण ये 3 दे नाल असीं 138 नूं भाग करांगे तो साडे कोल x की जिहड़ी है कीमत वो आ जाएगी। ठीक है, तो 138 नूं 3 नाल भाग करांगे साडे कोल 4 तिया 12 आएगा, फिर 6 तिया 18, भाव के x की जिहड़ी कीमत है वो मेरे कोल 46 साल बन गई। ठीक है, ये साडे कोल बाईचुंग दे पिता की उम्र है जिहड़ी कि 46 साल आई है। ठीक है, हुण असीं इस तों बाईचुंग की उम्र ਅਤੇ ਉਹਦੇ ਦਾਦਾ ਜੀ ਦੀ ਉਮਰ ਜਿਹੜੀ ਉਹ ਪਤਾ ਕਰਾਂਗੇ। ਬਾਈਚੁੰਗ ਦੀ ਉਮਰ ਹੈ ਸਾਡੇ ਕੋਲ x -29, तो 46 ਦੇ ਵਿੱਚੋਂ ਅਸੀਂ 29 ਅਗਰ ਮਾਈਨਸ ਕਰੀਏ ਤੇ ਇਹ ਸਾਡੇ ਕੋਲ ਬਣ ਜਾਏਗਾ 17। ठीक है, इसी तरह x = 26 तो बाईचुंग ਦੀ ਉਮਰ ਉਹਦੇ ਦਾਦਾ ਜੀ ਦੀ ਉਮਰ ਜਿਹੜੀ ਹੈ ਉਹ ਸਾਡੇ ਕੋਲ ਕੀ ਬਣ ਜਾਏਗੀ 46 = 26, ਇਹ ਬਰਾबर ਬਣੇਗੀ ਸਾਡੇ ਕੋਲ 6 6 12 2 1 ਸਾਲ ਤੇ 7। ठीक है, तो ਇਹ 17 ਸਾਡੇ ਕੋਲ ਬਾਈਚੁੰਗ ਦੀ ਉਮਰ ਆ ਗਈ, 72 ਉਹਦੇ ਦਾਦਾ ਜੀ ਦੀ ਉਮਰ ਆ ਗਈ ਔਰ 46 ਜਿਹੜੀ ਹੈ ਉਹ ਸਾਡੇ ਕੋਲ ਬਾਈਚੁੰਗ ਦੇ ਪਿਤਾ ਜੀ ਦੀ ਉਮਰ ਆ ਗਈ। तो ਅਸੀਂ ਇੱਥੇ ਸਾਰੀਆਂ ਉਮਰਾਂ ਇਹ ਲਿਖ ਲਾਂਗੇ। ਇਸ ਲਈ ਬਾਈਚੁੰਗ ਦੀ ਉਮਰ ਹਾਂਜੀ ਬਰਾਬਰ 17 ਸਾਲ, ਬਾਈਚੁੰਗ ਦੇ ਪਿਤਾ ਜੀ ਦੀ ਉਮਰ छियाली साल, बाईचुंग दे दादा जी की उम्र ये साडे कोल 72 साल। ठीक है जी, तो ये साडे कोल जिहड़ा पूरा है ये इस सवाल का उत्तर है। ठीक है,
ਤੋ ਇਹਨੂੰ ਬੜੇ ਧਿਆਨ ਦੇ ਨਾਲ ਸਮਝਣਾ ਹੈ। ਆਪਾਂ ਜੋ ਸਟਾਰਟਿੰਗ ਦੇ ਵਿੱਚ ਜਿਵੇਂ ਉਮਰਾਂ ਲਈਆਂ ਸੀਗੀਆਂ, ਜਿਵੇਂ ਆਪਾਂ ਉਹ ਸਾਰੀਆਂ ਵੀ ਪਹਿਲਾਂ ਰਿਪੀਟ ਕਰਕੇ ਉਹਨੂੰ ਚਾਹੇ ਦੇਖ ਲਓ, ਉਹਨੂੰ ਚੰਗੀ ਤਰ੍ਹਾਂ ਸਮਝ ਲਓ ਕਿ ਇਹ ਅਸੀਂ ਵੈਲਿਊਜ਼ ਜਿਹੜੀਆਂ ਉਹ ਕਿਵੇਂ ਲਈਆਂ ਨੇ, ਕਿਵੇਂ ਸਾਨੂੰ ਕੁਐਸਚਨ ਦੇ ਵਿੱਚ ਜਿਹੜੀ ਜੋ ਲੈਂਗੁਏਜ ਦਿੱਤੀ ਹੋਈ ਸੀ ਉਹਨੂੰ ਅਸੀਂ ਕਿਵੇਂ ਮੋਲਡ ਕੀਤਾ ਆਪਣੇ ਅਨੁਸਾਰ, ਕਿਵੇਂ ਅਸੀਂ ਇਹ ਵੈਲਿਊਜ਼ ਜਿਹੜੀਆਂ ਉਹਦੇ ਚੋਂ ਸਿਲੈਕਟ ਕੀਤੀਆਂ ਨੇ। ਠੀਕ ਹੈ, ਉਸ ਤੋਂ ਬਾਅਦ ਇਹਨਾਂ ਤਿੰਨਾਂ ਦਾ ਸਮ ਸਾਡੇ ਕੋਲ 135 ਸੀ। ਬਾਕੀ ਕੈਲਕੂਲੇਸ਼ਨ ਜਿਹੜੀਆਂ ਨੇ ਉਹ ਥੋੜੀ ਜਿਹੀ ਬਸ ਧਿਆਨ ਦੇਣ ਦੀ ਜ਼ਰੂਰਤ ਹੈ, ਉਹ ਬਹੁਤ ਈਜ਼ੀ ਨੇ ਸਾਰੀਆਂ ਕੈਲਕੂਲੇਸ਼ਨਸ। ਠੀਕ ਹੈ ਜੀ। ਇਸ ਤੋਂ ਬਾਅਦ 12ਵਾਂ ਸਵਾਲ ਹੈ ਸਾਡੇ ਕੋਲ, 15 ਸਾਲ ਬਾਅਦ ਰਵੀ ਦੀ ਉਮਰ ਉਸਦੀ ਵਰਤਮਾਨ ਉਮਰ ਤੋਂ 4 ਗੁਣਾ ਹੋ ਜਾਵੇਗੀ। ਰਵੀ ਦੀ ਵਰਤਮਾਨ ਉਮਰ ਕੀ ਹੈ? ਇਹ ਵੀ ਤੁਸੀਂ ਆਪਣੇ ਆਪ ਟਰਾਈ ਕਰਨਾ ਹੈ, ਬਹੁਤ ਈਜ਼ੀ ਹੈ, ਬਹੁਤ ਈਜ਼ੀਲੀ ਕੀਤਾ ਜਾ ਸਕਦਾ ਹੈ। ਠੀਕ ਹੈ ਨਾ, 15 ਸਾਲ ਬਾਅਦ ਰਵੀ ਦੀ ਉਮਰ ਉਸਦੀ ਵਰਤਮਾਨ ਉਮਰ ਦਾ 4 ਗੁਣਾ ਹੋ ਜਾਵੇਗੀ। ਤਾਂ ਆਪਾਂ ਇਹਦੇ ਵਿੱਚ ਵਰਤਮਾਨ ਉਮਰ ਜਿਹੜੀ ਉਹਦੀ ਖੁਦ ਮੰਨ ਲੈਣੀ, ਐਕਸ ਮੰਨ ਲੈਣੀ ਹੈ, ਉਸ ਤੋਂ ਬਾਅਦ ਜੋ ਕੰਡੀਸ਼ਨ ਦਿੱਤੀ ਹੈ ਉਹਨੂੰ ਅਪਲਾਈ ਕਰਕੇ ਕਰਨ ਦੀ ਕੋਸ਼ਿਸ਼ ਆਪਣੇ ਆਪ ਤੁਸੀਂ ਕਰਨੀ ਹੈ। ਠੀਕ ਹੈ ਬੱਚਿਓ। ਅਗਲਾ ਕੁਐਸਚਨ ਹੈ ਸਾਡੇ ਕੋਲ 13ਵਾਂ। ਇਹਦੇ ਨਾਲ ਦਾ ਵੀ ਕੁਐਸਚਨ ਆਪਾਂ ਪਹਿਲਾਂ ਵੈਸੇ ਕਰ ਚੁੱਕੇ ਹਾਂ ਲਾਸਟ ਵੀਡੀਓ ਦੇ ਵਿੱਚ। ਤੇ ਇੱਕ ਪ੍ਰਮੇਯ ਸੰਖਿਆ ਨੂੰ 5/2 ਨਾਲ ਗੁਣਾ ਕਰਕੇ 2/3 ਜੋੜਨ ਤੇ -7/12 ਪ੍ਰਾਪਤ ਹੁੰਦਾ ਹੈ, ਉਹ ਸੰਖਿਆ ਕੀ ਹੈ? ਇਹਦੇ ਨਾਲ ਦਾ ਸੇਮ ਕੁਐਸਚਨ ਜਿਹੜਾ ਅਸੀਂ ਸੇਮ ਤਾਂ ਨਹੀਂ ਕਹਿ ਸਕਦੇ ਬਟ ਕਾਫੀ ਹੱਦ ਤੱਕ ਮਿਲਦਾ ਜੁਲਦਾ ਉਹ ਸਾਡੇ ਕੋਲ ਸਟਾਰਟਿੰਗ ਦੇ ਵਿੱਚ ਹੀ ਕੱਲ ਕੁਐਸਚਨ ਸੀਗਾ। ਹਾਂਜੀ, ਸਾਡੇ ਕੋਲ ਪਹਿਲਾ ਕੁਐਸਚਨ ਹੀ ਇਸ ਅਭਿਆਸ ਦਾ ਜਿਹੜਾ ਸੀ ਉਹ ਬਿਲਕੁਲ ਇਸ 13ਵੇਂ ਕੁਐਸਚਨ ਦੇ ਨਾਲ ਮਿਲਦਾ ਜੁਲਦਾ ਹੈ। ਤਾਂ ਉਸੇ ਨੂੰ ਅਗਰ ਧਿਆਨ ਦੇ ਨਾਲ ਤੁਸੀਂ ਕਰ ਚੁੱਕੇ ਹੋ ਤਾਂ 13ਵਾਂ ਸਵਾਲ ਵੀ ਤੁਸੀਂ ਆਪਣੇ ਆਪ ਹੱਲ ਜਿਹੜਾ ਕਰ ਸਕਦੇ ਹੋ। ਇਹਨੂੰ ਵੀ ਤੁਸੀਂ ਖੁਦ ਹੀ ਕੋਸ਼ਿਸ਼ ਕਰਨੀ ਹੈ ਕਰਨ ਦੀ। ਇਸ ਤੋਂ ਬਾਅਦ 14ਵਾਂ ਕੁਐਸਚਨ ਸਾਡੇ ਕੋਲ ਹੈ, ਲక్ష్ਮੀ ਇੱਕ ਬੈਂਕ ਵਿੱਚ ਖਜ਼ਾਨਚੀ ਹੈ। ਉਸ ਕੋਲ ਨਕਦੀ ਦੇ ਰੂਪ ਵਿੱਚ 100 ਰੁਪਏ, 50 ਰੁਪਏ ਤੇ 10 ਰੁਪਏ ਵਾਲੇ ਨੋਟ ਹਨ। ਉਹਨਾਂ ਸੰਖਿਆਵਾਂ ਵਿੱਚ ਕ੍ਰਮਵਾਰ 2:3:5 ਦਾ ਅਨੁਪਾਤ ਹੈ ਅਤੇ ਉਹਨਾਂ ਦਾ ਕੁੱਲ ਮੁੱਲ ਜਿਹੜਾ ਹੈ ਉਹ ਸਾਡੇ ਕੋਲ 4 ਲੱਖ ਰੁਪਏ ਹੈ। ਉਸ ਦੇ ਕੋਲ ਹਰੇਕ ਤਰ੍ਹਾਂ ਦੇ ਕਿੰਨੇ ਨੋਟ ਹਨ, ਇਹ ਅਸੀਂ ਪਤਾ ਕਰਨਾ ਹੈ। ਕ੍ਰਮਵਾਰ ਜਿਹੜੇ ਸਾਡੇ ਕੋਲ ਅਨੁਪਾਤ ਹੈ ਸੰਖਿਆਵਾਂ ਦੇ, ਜਿੱਦਾਂ ਉਹਨਾਂ ਦੇ ਕੋਲ ਕੁਝ ਜਿਹੜੇ 100 ਰੁਪਏ ਦੇ ਨੋਟ ਨੇ, ਕੁਝ 100 ਰੁਪਏ ਦੇ ਨੋਟ ਨੇ, ਕੁਝ 50 ਰੁਪਏ ਦੇ ਨੋਟ ਨੇ, ਕੁਝ 10 ਰੁਪਏ ਦੇ ਨੋਟ ਨੇ। ਠੀਕ ਹੈ, ਔਰ ਇਹਨਾਂ ਦਾ ਜਿਹੜਾ ਅਨੁਪਾਤ ਹੈ, ਇਹਨਾਂ ਦੀ ਗਿਣਤੀ ਮਤਲਬ ਕੁਝ ਨਾ ਕੁਝ ਗਿਣਤੀ ਹੋਏਗੀ 100 ਦੇ ਨੋਟਾਂ ਦੀ। ਠੀਕ ਹੈ, ਇਸੇ ਤਰ੍ਹਾਂ 50 ਤੇ 10 ਦੀ। ਉਹ ਸੰਖਿਆਵਾਂ ਦੇ ਸਾਨੂੰ ਨਹੀਂ ਪਤਾ, ਪਰ ਉਹਨਾਂ ਸੰਖਿਆਵਾਂ ਦਾ ਜਿਹੜਾ ਅਨੁਪਾਤ ਹੈ ਉਹ ਸਾਨੂੰ ਦਿੱਤਾ ਹੋਇਆ 2:3:5। ਤੋਂ ਅਨੁਪਾਤ ਵਾਲੇ ਸਵਾਲ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। ਪਿਛਲੀ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਤਰ੍ਹਾਂ ਦੇ ਕੁਐਸਚਨ ਬਹੁਤ ਇੰਪੋਰਟੈਂਟ ਨੇ, ਆਉਂਦੇ ਨੇ। ਔਰ ਇਹਦੇ 'ਚ ਅਸੀਂ ਕਰਨਾ ਕੀ ਹੁੰਦਾ, ਜਿਵੇਂ ਉਹਨਾਂ ਨੇ ਕਿਹਾ ਕਿ ਸੰਖਿਆ ਜਿਹੜੀ 100, 50 ਅਤੇ 10 ਦੇ ਨੋਟਾਂ ਦੀ ਜਿਹੜੀਆਂ ਸੰਖਿਆਵਾਂ ਆ ਉਹ 2:5:3:5 ਦੇ ਵਿੱਚ ਹੈ। ਤਾਂ ਇਹਦੇ 'ਚ ਅਸੀਂ ਮੰਨ ਲੈਣਾ, ਮੰਨ ਲਓ ਜਿਹੜੇ 100 ਦੇ ਨੋਟ ਹੈ ਉਹ 2x ਹੈ, 50 ਦੇ ਜਿਹੜੇ ਨੋਟ ਨੇ ਉਹ ਸਾਡੇ ਕੋਲ ਉਹਨਾਂ ਦੀ ਗਿਣਤੀ 3x ਹੈ, ਔਰ ਜਿਹੜੇ 10 ਦੇ ਨੋਟ ਨੇ ਉਹਨਾਂ ਦੀ ਸਾਡੇ ਕੋਲ ਗਿਣਤੀ ਜਿਹੜੀ ਆ ਉਹ 5x ਹੈ। ਬਾਕੀ ਜਿਹੜੀ ਕਹਾਣੀ ਹੈ ਉਸ ਤੋਂ ਬਾਅਦ ਆਪਾਂ ਸਟਾਰਟ ਕਰਦੇ ਹਾਂ। ਠੀਕ ਹੈ ਜੀ, ਮੰਨ ਲਓ ਰੁਪਏ 100 ਦੇ ਨੋਟਾਂ ਦੀ ਗਿਣਤੀ 2x, ਰੁਪਏ 50 ਦੇ ਨੋਟਾਂ ਦੀ ਗਿਣਤੀ 3x, ਔਰ ਇਸੇ ਤਰ੍ਹਾਂ 10 ਰੁਪਏ ਦੇ ਨੋਟਾਂ ਦੀ ਗਿਣਤੀ ਸਾਡੇ ਕੋਲ 5x ਹੈ। ਹੁਣ ਥੋੜ੍ਹਾ ਜਿਹਾ ਇੱਕ ਆਪਾਂ ਚੀਜ਼ ਸਮਝਣੀ ਹੈ ਕਿ ਅਗਰ ਮੇਰੇ ਕੋਲ 100 ਦੇ 2 ਨੋਟ ਹੋਣ ਤਾਂ ਟੋਟਲ ਮੇਰੇ ਕੋਲ ਕਿੰਨੇ ਰੁਪਏ ਹੋ ਗਏ? 2 × 100 = 200। ਠੀਕ ਹੈ, ਅਗਰ ਮੇਰੇ ਕੋਲ 50 ਦੇ 5 ਨੋਟ ਹੈ ਤਾਂ ਉਹਨਾਂ ਦੀ ਟੋਟਲ ਜਿਹੜੀ ਅਮਾਊਂਟ ਹੈ ਉਹ ਕਿੰਨੀ ਬਣ ਗਈ? ਇਹਨੂੰ ਮੈਂ ਸਿੰਪਲੀ 5 ਨਾਲ ਗੁਣਾ ਕਰ ਦਾਂਗਾ ਨਾ, 5 ਨੂੰ 50 ਨਾਲ ਗੁਣਾ ਕੀਤਾ ਤੇ ਮੇਰੇ ਕੋਲ ਜਿਹੜਾ 250 ਰੁਪਇਆ ਉਹ ਬਣ ਜਾਏਗਾ। तो इसे ढंग नाल जे साडे कोल 100 ਦੇ 2x ਨੋਟ है तो जिहड़ी कुल अमाउंट है वो की हो जाएगी, आपां 100 ਨੂੰ 2x नाल गुणा कर देंगे। इसी तरह जे 50 ਦੇ ਨੋਟਾਂ ਦੀ ਆਪਾਂ ਨੂੰ कुल अमाउंट ਅਸੀਂ चेक करनी है, राशि चेक करनी है, तो 50 ਨੂੰ ਅਸੀਂ 3x ਨਾਲ गुणा करांगे और 10 ਨੂੰ 5x ਦੇ ਨਾਲ गुणा कर देंगे। ठीक है, तो क्वेश्चन ਦੇ ਵਿੱਚ ਸਾਡੇ ਕੋਲ ਹੈ ਕਿ ਜਿਹੜੀ टोटल राशि है वो है 4 ਲੱਖ रुपया। ठीक है, हाँ जी, 100 ਦੇ ਨੋਟਾਂ ਦੀ ਜਿਹੜੀ ਗਿਣਤੀ ਹੈ ਉਹ ਹੈ 2x, ਭਾਵ ਕਿ 100 ਦੇ ਨੋਟ ਜਿਹੜੇ ਕੁੱਲ ਅਮਾਉਂਟ ਹੋਏਗੀ, 100 ਦੇ ਨੋਟਾਂ ਦੀ ਜਿਹੜੀ ਰਾਸ਼ੀ ਹੈ ਉਹ ਕੁੱਲ ਹੋਏਗੀ ਸਾਡੇ ਕੋਲ 2x ਗੁਣਾ 100। ਠੀਕ ਹੈ, ਜਿੱਦਾਂ ਅਸੀਂ ਦੇਖਿਆ ਕਿ 100 ਦੇ ਅਗਰ 2 ਨੋਟ ਨੇ ਤਾਂ 2 ਨੂੰ 100 ਨਾਲ ਗੁਣਾ ਕਰੀਏ ਸਾਡੇ ਕੋਲ ਬਣ ਜਾਂਦਾ 200 ਰੁਪਏ। ਅਗਰ ਮੇਰੇ ਕੋਲ 50 ਦੇ 5 ਨੋਟ ਨੇ ਤਾਂ ਟੋਟਲ 250 ਰੁਪਇਆ ਹੋ ਗਿਆ, ਉਹ ਸਾਨੂੰ ਗੁਣਾ ਕਰਕੇ ਪਤਾ ਲੱਗਦੇ ਨੇ। ਇਸੇ ਤਰ੍ਹਾਂ 3x ਨੂੰ ਅਸੀਂ 50 ਨਾਲ ਗੁਣਾ ਕਰਾਂਗੇ ਤਾਂ ਸਾਨੂੰ ਇਹ ਪਤਾ ਲੱਗ ਜਾਏਗਾ ਕਿ 50 ਦੇ ਜਿਹੜੇ ਨੋਟ ਨੇ ਉਹ ਕੱਲੇ ਜਿਹੜੇ ਉਹ ਕੁੱਲ ਰਾਸ਼ੀ ਜਿਹੜੀ ਸਾਡੇ ਕੋਲ ਕਿੰਨੀ ਬਣਦੀ ਹੈ। ਇਸੇ ਤਰ੍ਹਾਂ ਲక్ష్ਮੀ ਦੇ ਕੋਲ ਜਿਹੜੇ ਸਾਡੇ ਕੋਲ 10-10 ਦੇ ਨੋਟ ਨੇ ਉਹ 5x ਨੇ, तो 10-10 ਦੇ ਜਿਹੜੇ ਕੁੱਲ ਰਾਸ਼ੀ ਹੈ ਉਹ ਸਾਡੇ ਕੋਲ ਕਿੰਨੇ ਬਣੇਗੀ, 5x ਗੁਣਾ 10। ਕੁਐਸਚਨ ਦੇ ਅਨੁਸਾਰ ਹੈ ਕਿ ਇਹ ਟੋਟਲ ਜਿਹੜੀ ਅਮਾਉਂਟ ਹੈ ਉਹ ਸਾਡੇ ਕੋਲ 4 ਲੱਖ ਬਣਦੀ ਹੈ। ਠੀਕ ਹੈ, 4 ਦੇ ਨਾਲ 5 ਜ਼ੀਰੋਆਂ ਸਾਡੇ ਕੋਲ ਆ ਜਾਣਗੀਆਂ। तो ਇਹਨਾਂ ਨੂੰ ਜਦੋਂ ਅਸੀਂ 100 ਦੇ ਨੋਟਾਂ ਵਾਲੀ ਜਿਹੜੀ ਰਾਸ਼ੀ ਹੈ, 50 ਦੇ ਨੋਟਾਂ ਵਾਲੀ ਟੋਟਲ ਰਾਸ਼ੀ ਹੈ और 5 ਦੇ ਨੋਟਾਂ ਵਾਲੀ ਟੋਟਲ ਰਾਸ਼ੀ ਹੈ, ਇਹ ਸਾਰੀ ਟੋਟਲ ਨਕਦੀ ਜਿਹੜੀ ਹੈ ਉਹ 4 ਲੱਖ ਰੁਪਏ ਬਣਦੀ ਹੈ। तो बस ਆਪਾਂ ਇਹਨੂੰ ਸਿੰਪਲੀਫਾਈ ਕਰਾਂਗੇ। ਹੁਣ 2 ਨੂੰ 100 ਨਾਲ ਗੁਣਾ ਕੀਤਾ ਹੈ ਸਾਡੇ ਕੋਲ 200x ਆ ਜਾਏਗਾ, 50 ਨੂੰ 3 ਨਾਲ ਗੁਣਾ ਕੀਤਾ ਹੈ 150 ਬਣੇਗਾ,
ये 150 बन जाएगा साढ़े कोल, और 5 ਨੂੰ 10 ਨਾਲ ਅਸੀਂ ਗੁਣਾ ਕਰਾਂਗੇ ਸਾਡੇ ਕੋਲ 50 बन जाएगा बराबर 4 ਲੱਖ। ठीक है जी। तो ये सब ਨੂੰ ਆਪਾਂ ਐਡ ਕਰ ਦਿੰਦੇ ਹਾਂ। 150 ਤੇ 50 200 ਹੋਏਗਾ, 200 200 ਸਾਡੇ ਕੋਲ 400, ਟੋਟਲ ਜਿਹੜਾ ਸਾਡੇ ਕੋਲ 400 x ਬਣ ਜਾਏਗਾ दूसरी ਸਾਈਡ 4 ਲੱਖ ਜਿਹੜਾ ਉਹ। तो x ਦੀ ਜਿਹੜੀ ਆਪਾਂ ਕੀਮਤ ਇਹਦੇ ਵਿੱਚ ਪਤਾ ਕਰਨੀ ਹੁੰਦੀ ਹੈ ਹਮੇਸ਼ਾ। ठीक है। तो 4 ਲੱਖ ਨੂੰ ਆਪਾਂ ਕੀ ਕਰਨਾ ਹੈ ਹੁਣ 400 ਦੇ ਨਾਲ ਭਾਗ ਕਰਨਾ ਹੈ। ठीक। तो ये सिफर ना सिफर जी कटी जाएगी, ये 0 ना 0 जी कैंसल हो जाएगी। साढ़े को बचेगा 4000 बटा 4। ठीक है। 4000 ਨੂੰ 4 ਨਾਲ ਭਾਗ ਕੀਤਾ ਤਾਂ x ਜਿਹੜਾ ਮੇਰੇ ਕੋਲ ਕੀ ਆ ਜਾਏਗਾ 1000 ਆ ਜਾਏਗਾ। ਠੀਕ ਹੈ ਜੀ। ਜਦੋਂ ਸਾਡੇ ਕੋਲ x ਦੀ ਕੀਮਤ ਆ ਗਈ ਤਾਂ ਹੁਣ ਅਸੀਂ 2x ਦੀ 3x ਤੇ 5x ਦੀ ਜਿਹੜੀ ਆ ਉਹ ਕੀਮਤ ਪਤਾ ਕਰਾਂਗੇ। तो 2x मेरे को बन जाएगा 2 गुणा 1000 2000, और 3x अपने को बन जाएगा 3 गुणा 1000 पाव के 3000, और 5x बन जाएगा 5 गुणा 1000 पाव के 5000। ठीक है। तो पाव के 100 ਦੇ ਨੋਟਾਂ ਦੀ ਗਿਣਤੀ ਸਾਡੇ ਕੋਲ 2000 ਹੋਏਗੀ। ਲక్ష్ਮੀ ਕੋਲ 100 ਦੇ ਨੋਟਾਂ ਦੀ ਗਿਣਤੀ बराबर 2000। इसी तरह रुपए 50 ਦੇ ਨੋਟਾਂ ਦੀ ਗਿਣਤੀ 3000। इसी तरह 10 ਦੇ ਨੋਟਾਂ ਦੀ ਗਿਣਤੀ ਉਹ ਸਾਡੇ ਕੋਲ ਜਿਹੜੀ ਹੈ ਉਹਦਾ ਆਨਸਰ ਸਾਡੇ ਕੋਲ 5000 ਜਿਹੜਾ ਬਣਿਆ। ठीक है। तो ਇਹ ਸਾਡੇ ਕੋਲ ਇਸ ਸਵਾਲ ਦਾ ਉੱਤਰ ਹੈ। ठीक। बड़े ਧਿਆਨ ਦੇ ਨਾਲ ਕੁਐਸਚਨ ਕਰੋਗੇ, ਜਿੱਥੋਂ ਚੀਜ਼ ਕੋਈ ਨਹੀਂ ਪਤਾ ਲੱਗਦੀ ਉਹਨੂੰ ਰਿਪੀਟ ਕਰਕੇ ਦੇਖ ਸਕਦੇ ਹੋ। ਠੀਕ ਹੈ। ਵੀਡੀਓ ਦਾ ਇਹ ਸਾਡੇ ਕੋਲ ਫਾਇਦਾ ਹੁੰਦਾ। तो आई होप ਮੈਨੂੰ ਉਮੀਦ ਹੈ ਕਿ ਸਮਝ ਆ ਗਿਆ ਹੋਵੇਗਾ ਕੁਐਸਚਨ। ਇਹਨੂੰ ਖੁਦ ਟਰਾਈ ਕਰੋਗੇ, ਖੁਦ ਲਿਖ ਕੇ ਦੇਖੋਗੇ। ਜਦੋਂ ਸਾਨੂੰ ਕੁਐਸਚਨ ਕੋਈ ਵੀ ਸਮਝ ਲੱਗਦਾ ਤਾਂ ਸਮਝੋ ਕਿ 25 ਤੋਂ 30% ਕੰਮ ਜਿਹੜਾ ਸਾਡਾ ਉਸ ਤੱਕ ਹੁੰਦਾ ਹੈ। ਅਗਰ ਅਸੀਂ ਆਪਣੀ ਪਰਫਾਰਮੈਂਸ ਨੂੰ 100% 100% ਲੈ ਕੇ ਜਾਣਾ ਹੈ ਤਾਂ ਸਾਨੂੰ 70% ਹੋਰ ਉਹਦੇ 'ਚ ਜੋੜਨ ਵਾਸਤੇ ਸਾਨੂੰ ਇਹਦੀ ਪ੍ਰੈਕਟਿਸ ਜਿਹੜੀ ਆ ਉਹ ਕਰਨੀ ਪਏਗੀ, ਉਦੋਂ ਤੱਕ ਜਦੋਂ ਤੱਕ ਕਿ ਸਾਨੂੰ ਸੌਖਾ ਲੱਗਣਾ ਜਿਹੜਾ ਉਹ ਸ਼ੁਰੂ ਨਹੀਂ ਹੋ ਜਾਂਦਾ। ਠੀਕ ਹੈ। तो 100% किसी क्वेश्चन ਨੂੰ ਕਵਰ ਕਰਨ ਦੇ ਵਿੱਚ ਸਾਡੇ ਕੋਲ ਸਭ ਤੋਂ ਪਹਿਲਾਂ ਸਮਝਣ ਦਾ ਰੋਲ ਹੁੰਦਾ ਹੈ 25 ਤੋਂ 30%। ਉਸ ਤੋਂ ਬਾਅਦ ਉਹਦਾ ਅਭਿਆਸ ਅਸੀਂ ਜਿੰਨਾ ਜ਼ਿਆਦਾ ਕਰਾਂਗੇ ਉਨਾ ਹੀ ਉਸ ਕੁਐਸਚਨ ਦੇ ਵਿੱਚ, ਉਸ ਕਨਸੈਪਟ ਦੇ ਵਿੱਚ ਅਸੀਂ ਪਰਪੱਕ ਹੋ ਜਾਵਾਂਗੇ। ਇਸ ਤੋਂ ਬਾਅਦ 15ਵਾਂ ਕੁਐਸਚਨ ਵੀ ਇਸ ਅਭਿਆਸ ਦਾ ਕੁਛ ਨਾ ਕੁਛ 14ਵੇਂ ਦੇ ਵਾਂਗ ਹੀ ਹੈ, ਉਹ ਵੀ ਤੁਸੀਂ ਆਪਣੇ ਆਪ ਟਰਾਈ ਕਰਨਾ ਹੈ। ਠੀਕ ਹੈ। तो 16ਵਾਂ ਕੁਐਸਚਨ ਜਿਹੜਾ ਆਪਾਂ ਹੁਣ ਅੱਗੇ ਡਿਸਕਸ ਕਰਾਂਗੇ ਇਸ ਐਕਸਰਸਾਈਜ਼ ਦਾ। ਠੀਕ ਹੈ। ਇੱਕ ਲੇਖ ਮੁਕਾਬਲੇ ਵਿੱਚ ਪ੍ਰਬੰਧਕਾਂ ਨੇ ਇਹ ਤੈਅ ਕੀਤਾ ਕਿ ਹਰੇਕ ਜਿੱਤਣ ਵਾਲੇ ਨੂੰ 100 ਰੁਪਏ ਅਤੇ ਜਿੱਤਣ ਵਾਲੇ ਨੂੰ ਛੱਡ ਕੇ ਹਰੇਕ ਹਿੱਸਾ ਲੈਣ ਵਾਲੇ ਨੂੰ 25 ਰੁਪਏ ਇਨਾਮ ਦੇ ਰੂਪ ਵਿੱਚ ਦਿੱਤੇ ਜਾਣਗੇ। ਠੀਕ ਹੈ। ਜੇਕਰ ਇਨਾਮਾਂ ਵਿੱਚ ਵੰਡੀ ਰਾਸ਼ੀ ਰੁਪਏ 3000 ਹੈ ਤਾਂ ਕੁੱਲ 63 ਹਿੱਸਾ ਲੈਣ ਵਾਲਿਆਂ ਵਿੱਚੋਂ ਜਿੱਤਣ ਵਾਲਿਆਂ ਦੀ ਸੰਖਿਆ ਪਤਾ ਕਰੋ। ਸਵਾਲ ਤੁਸੀਂ ਸਮਝ ਗਏ ਹੋਵੋਗੇ। ਠੀਕ ਹੈ। ਇੱਕ ਲੇਖ ਮੁਕਾਬਲਾ ਹੈ, ਉਹਦੇ ਵਿੱਚ 63 ਜਣਿਆਂ ਨੇ ਜਿਹੜਾ ਹਿੱਸਾ ਲਿਆ ਹੈ ਤਾਂ ਉਹਦੇ ਵਿੱਚ ਇਨਾਮ ਕਿਵੇਂ ਰੱਖੇ ਗਏ ਨੇ ਕਿ ਜਿਹੜੇ ਜਿੱਤਣ ਵਾਲੇ ਨੇ ਉਹਨਾਂ ਨੂੰ ਤਾਂ 100 ਰੁਪਏ ਇਨਾਮ ਜਿਹੜਾ ਹਰ ਬੱਚੇ ਨੂੰ, ਹਰ ਪਾਰਟਿਸਪੈਂਟ ਨੂੰ ਦਿੱਤਾ ਜਾਏਗਾ, ਔਰ ਬਾਕੀ ਜਿਨ੍ਹਾਂ ਨੇ ਜਿਹੜੇ ਜਿੱਤ ਨਹੀਂ ਸਕੇ ਪਰ ਜਿਨ੍ਹਾਂ ਨੇ ਹਿੱਸਾ ਜ਼ਰੂਰ ਲਿਆ ਕੰਪੀਟੀਸ਼ਨ ਦੇ ਵਿੱਚ ਉਹਨਾਂ ਨੂੰ ਹੌਸਲਾ ਅਫਜ਼ਾਈ ਵਾਸਤੇ 25 ਰੁਪਏ ਜਿਹੜੇ ਇਨਾਮ ਦੇ ਰੂਪ ਵਿੱਚ ਦਿੱਤੇ ਜਾਣਗੇ। ਟੋਟਲ ਜਿਹੜੀ ਅਮਾਊਂਟ ਵੰਡੀ ਗਈ ਹੈ ਉਹ ਸਾਡੇ ਕੋਲ ਵੰਡੀ ਗਈ ਹੈ 3000 ਰੁਪਏ। ਤਾਂ ਅਸੀਂ ਇਹ ਦੇਖਣਾ ਕਿ ਉਹਦੇ ਵਿੱਚੋਂ ਕਿੰਨੇ ਜਿਹੜੇ ਸੀਗੇ ਉਹ ਸਾਡੇ ਕੋਲ ਜਿੱਤਣ ਵਾਲਿਆਂ ਦੀ ਸੰਖਿਆ ਕਿੰਨੀ ਸੀਗੀ। ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਕਿ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਕੁੱਲ ਵਿਦਿਆਰਥੀਆਂ ਦੀ ਗਿਣਤੀ ਉਹ ਸਾਡੇ ਕੋਲ ਹੈ 63। ਠੀਕ ਹੈ। ਉਹਦੇ ਵਿੱਚੋਂ ਮੰਨ ਲਵਾਂਗੇ ਕਿ ਜਿਹੜਾ ਜਿੱਤਣ ਵਾਲੇ ਵਿਦਿਆਰਥੀਆਂ ਦੀ ਜਾਂ ਜਿੱਤਣ ਵਾਲੇ ਜਿਹੜੇ ਪਾਰਟਿਸਪੈਂਟਸ ਦੀ ਗਿਣਤੀ ਉਹ ਸਾਡੇ ਕੋਲ x ਹੋਏਗੀ। ਤਾਂ ਜਿਹੜੇ ਨਹੀਂ ਜਿੱਤੇ ਉਹਨਾਂ ਦੀ 63 ਦੇ ਵਿੱਚੋਂ ਆਪਾਂ ਮਾਈਨਸ ਕਰਾਂਗੇ, 63 ਮਾਈਨਸ x ਆ ਜਾਏਗਾ। ਠੀਕ ਹੈ। ਤਾਂ ਇਸ ਸਾਰੀ ਚੀਜ਼ ਨੂੰ ਆਪਾਂ ਪਹਿਲਾਂ ਲਿਖ ਲੈਂਦੇ ਹਾਂ। ਹਾਂਜੀ। ਮੁਕਾਬਲੇ ਵਿੱਚ ਭਾਗ ਲੈਣ ਵਾਲਿਆਂ ਦੀ ਗਿਣਤੀ ਬਰਾਬਰ 63 ਹੈ ਜਿਹੜੇ ਕੰਪੀਟੀਸ਼ਨ ਸੀ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਐਸੇ ਰਾਈਟਿੰਗ ਕੰਪੀਟੀਸ਼ਨ ਦੇ ਵਿੱਚ। तो मान लो ਜਿੱਤਣ ਵਾਲਿਆਂ ਦੀ ਗਿਣਤੀ ਬਰਾਬਰ x ਹੈ। तो ਜਿੱਤਣ ਤੋਂ ਇਲਾਵਾ ਜਿਹੜੀ ਬਾਕੀਆਂ ਨੇ ਹਿੱਸਾ ਲਿਆ ਉਹਨਾਂ ਦੀ ਗਿਣਤੀ ਸਾਡੇ ਕੋਲ ਕਿੰਨੀ ਹੋ ਜਾਏਗੀ 63 ਮਾਈਨਸ x, 63 ਦੇ ਵਿੱਚੋਂ x ਆਪਾਂ ਘਟਾ ਦਿਆਂਗੇ, ਇਹ ਹੋ ਜਾਏਗਾ। ਠੀਕ ਹੈ। तो ਹੁਣ ਜਿਹੜੇ ਜਿੱਤਣ ਵਾਲੇ ਸੀ ਉਹ ਹਰੇਕ ਨੂੰ ਇਨਾਮ ਮਿਲਿਆ 100 ਰੁਪਈਆ। ਭਾਵ ਜੇ 5 ਬੱਚੇ ਸੀਗੇ ਤਾਂ 5 ਨੂੰ 100 ਇਨਾਮ ਮਿਲਿਆ ਤਾਂ ਕਿੰਨਾ ਹੋ ਗਿਆ 500, 5 ਗੁਣਾ 100। तो अगर x ਗਿਣਤੀ ਹੈ तो x ਦੇ ਵਿੱਚੋਂ ਅਗਰ ਹਰ ਇੱਕ ਨੂੰ 100 ਰੁਪਏ ਇਨਾਮ ਮਿਲਿਆ ਤਾਂ ਟੋਟਲ ਉਹਨਾਂ ਨੂੰ ਇਨਾਮ ਮਿਲ ਗਿਆ ਸਾਡੇ ਕੋਲ x ਗੁਣਾ 100।
ठीक है, उन्होंने कुल जिहड़ा सारिਆਂ ਦਾ मिला के हो जाएगा। इसी तरह बाकी जिहड़े बचे साडे कोल 63 माइनस एक्स, उन्होंने जिहड़ा इनाम मिलिया हरेक नूं मिलिया 25 रुपए। ठीक है, ये वो इनाम की पूरी राशि होगी जिहड़ी एक्स विद्यार्थी जिहड़े कि जिते ने उन्होंने मिली है, और ये साडे कोल हो गई अमाउंट जिहड़ी कि नहीं जित सके उन्होंने मिले ने, हरेक नूं 25 रुपये। ठीक है, और इन्हां दा जिहड़ा कुल जोड़ है वो सानूं दिता होया क्वेश्चन दे विच 3000 रुपये। ठीक है, तो प्रश्न अनुसार ठीक है ये चीज़ साडे कोल बन गई। तो बस अगे हुण असीं आपां इहनूं सिंपलीफाई करांगे। ठीक, तो ये साडे कोल बन गया 100x, और ये 25 नूं असीं 63 नाल पहलां गुणा करांगे, 63 गुणा 25 नाल माइनस आएगा 25 नूं x नाल गुणा करांगे, साडे कोल 25x बनेगा और बराबर 3000 बनेगा। ठीक है जी, तो ये साडे कोल 100x है, 100x है, 25x है, 100 माइनस 25 ये हो जाएगा साडे कोल 75x प्लस ये 63 नूं आपां 25 दे नाल गुणा करना। ठीक, हाँ जी, 25 15 6 50 30 ते 31 3 दूनी 6 6 दूनी 12 5 7 5 ते। ठीक है, ये साडे कोल बन गया 1575। ठीक है, तो ये अमाउंट साडे कोल जिहड़ा टोटल है 63 ते गुणा 25 अपने कोल बन गया 1575 बराबर 3000। तो ये बच्चों हुण आपां जिहड़ा 1575 है इहनूं आपां 3000 दे विचों माइनस करांगे दूसरी साइड ले जाके, ये 75x बनेगा, 75x बराबर 3000 माइनस 1575 1575। 3000 ਦੇ ਵਿੱਚੋਂ ਜਦੋਂ ਅਸੀਂ 1575 ਮਾਈਨਸ ਕਰਾਂਗੇ ਤਾਂ ਇਹ ਸਾਡੇ ਕੋਲ ਬਣ ਜਾਏਗਾ 3000 ਚੋਂ 1500 ਮਾਈਨਸ ਕੀਤਾ 1500 ਬਚੇਗਾ, 75 ਹੋਰ ਕੱਢਾਂਗੇ ਤਾਂ 1425 ਆਏਗਾ ਸਾਡੇ ਕੋਲ 1425। ਔਰ ਇਹਦੇ 'ਚ ਹੁਣ ਅਸੀਂ x ਨੂੰ x ਦੀ ਅਸੀਂ ਕੀਮਤ ਪਤਾ ਕਰਨੀ ਹੈ, तो 75 ਜਿਹੜਾ ਦੂਜੇ ਪਾਸੇ ਲੈ ਕੇ ਜਾਵਾਂਗੇ ਤਾਂ ਇਹ ਸਾਡੇ ਕੋਲ 1425 ਨੂੰ ਭਾਗ ਕਰੇਗਾ। ਠੀਕ ਹੈ, तो 1425 ਨੂੰ ਅਗਰ ਅਸੀਂ 15 ਦੇ ਨਾਲ 75 ਦੇ ਨਾਲ ਭਾਗ ਕਰਦੇ ਹਾਂ तो ਇਹ ਸਾਡੇ ਕੋਲ ਮੇਰੇ ਖਿਆਲ 19 ਬਣਨਾ ਚਾਹੀਦਾ ਹੈ, 19। ठीक है, ठीक है, 19 ही आएगा। ठीक है, तो इस तरह साढ़े को लेख मुकाबला जितन वालियां दी जिहड़ी गिणती है वो 19 बन जाती है। इसलिए लेख मुकाबला जितन वालियां दी गिणती 19 है। ठीक है, तो इस दे नाल ही साडी जिहड़ी लगभग सैकेंड एक्सरसाइज जिहड़ी हैगी है सैकेंड चैप्टर की वो खत्म होंदी है। इहदे चों मोस्टली जिहड़े क्वेश्चन थोड़े समझण वाले सी वो सारे ही मैं इहदे च डिस्कस कर दित्ते ने। बाकी कुछ क्वेश्चन 2-4-5 क्वेश्चन है जिहड़े तुहाडे वास्ते छड्डे ने वो तुसीं बड़े ईजीली अगर बाकी सवाल तुसीं थोरोली समझ लोगे कर लोगे तो वो 4-5 क्वेश्चन भी बहुत ईजीली तुसीं कर पाओगे। ठीक है, बाकी इन्हां दे विच कोई भी डाउट किसी ढंग की कोई है तो वो तुसीं कमेंट बॉक्स में कमेंट करके दस सकते हो। अगर चीज़ समझ आई है चंगा लग्या तो भी दसो, तो भी जरूर कमेंट करके दस सकते हो। ठीक है, तो इस तो बाद अगली वीडियो च आपां फिर अगली एक्सरसाइज अगले कॉन्सैप्ट के नाल मिलांगे। उदों तक सत श्री अकाल, थैंक यू। पूरी वीडियो अखीर तक देखने वास्ते बहुत बहुत धन्यवाद।